ਮੁਗਲਾਂ ਦੇ ਟਾਈਮ ਤੇ ਇੱਕ ਅਖਬਾਰ ਛਪਦਾ ਸੀ ਜਿਹਦਾ ਨਾਮ ਸੀ ਅਖਬਾਰਾਂ ਦਰਬਾਰੇ ਮੌਲਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ 5.5 ਸਾਲ ਬਾਅਦ ਇਸ ਅਖਬਾਰ 'ਚ ਇੱਕ ਖਬਰ ਛਪਦੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦਿੱਲੀ 'ਚ ਦੇਖਿਆ ਗਿਆ। ਹੁਣ ਇਹ ਕਿਵੇਂ ਪੋਸੀਬਲ ਹੋ ਸਕਦਾ ਸੀ? ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਇਆ ਵੀ ਉਸ ਟਾਈਮ ਤਕਰੀਬਨ 2 ਸਾਲ ਹੋਣ ਵਾਲੇ ਸੀ। ਇਹ ਖਬਰ ਛਪੀ ਆ 13 ਮਈ 1710 ਨੂੰ। 1704 ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ। ਇਹਦਾ ਰਿਪੋਰਟਰ ਦਾ ਨਾਮ ਹੈ ਰਬੀਉਲ ਅਵਲ ਤੇ ਇਹਦੇ 'ਚ ਲਿਖਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਅਜੀਤ ਸਿੰਘ ਜੋ ਪਿਛਲੀਆਂ ਜੰਗਾਂ ਵਿੱਚ ਮਾਰਿਆ ਗਿਆ ਸੀ, ਦੁਬਾਰਾ ਰਾਜਧਾਨੀ ਵਿੱਚ ਆਇਆ। ਰਾਜਧਾਨੀ ਮਤਲਬ ਦਿੱਲੀ। ਜੈ ਸਿੰਘਪੁਰਾ ਤੇ ਵਾਕਲਾ ਵਿਖੇ ਟਿਕਾਣਾ ਕੀਤਾ। ਕੁਝ ਲੋਕ ਇਸ ਗੱਲ ਉੱਤੇ ਵਿਸ਼ਵਾਸ ਕਰਦੇ ਹਨ, ਕੁਝ ਨਹੀਂ ਕਰਦੇ। ਇਹ ਹੂਬਹੂ ਜੋ ਫਾਰਸੀ 'ਚ ਲਿਖਿਆ ਗਿਆ ਸੀ ਉਹਦੀ ਟਰਾਂਸਲੇਸ਼ਨ ਪੰਜਾਬੀ 'ਚ ਕੀਤੀ ਗਈ ਹੈ। ਇੱਕ ਖਬਰ ਹੋਰ ਲੱਗੀ ਸੀ ਇਸ ਅਖਬਾਰ 'ਚ। ਉਹ ਕੀ ਸੀਗੀ? ਉਹ ਸੀਗੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਬਾਅਦ ਦੀ ਖਬਰ। ਸ਼ਬਾਨ ਨਾਮ ਦਾ ਕੋਈ ਅਖਬਾਰ ਨਵੀਸ ਹੋਣਾ, ਉਹਨੇ ਇਹ ਖਬਰ ਲਾਈ ਸੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਨੇ 7 ਅਕਤੂਬਰ ਨੂੰ। ਇਹ ਖਬਰ ਲੱਗੀ ਆ 30 ਅਕਤੂਬਰ 1708 ਨੂੰ। ਇਹਦੇ 'ਚ ਕੀ ਲਿਖਿਆ ਗਿਆ? ਇਹਦੇ 'ਚ ਹੁਣ ਲਿਖਿਆ ਗਿਆ ਹੈ ਕਿ ਹੁਕਮ ਹੋਇਆ ਕਿ ਗੁਰੂ ਗੋਬਿੰਦ ਰਾਏ ਨਾਨਕ ਪੰਥੀ ਦੇ ਪੁੱਤਰ ਨੂੰ ਮਾਤਮੀ ਖਿਲਤ ਭੇਜੀ ਜਾਵੇ। ਹੁਣ ਇਹਦੇ 'ਚ ਮਾਤਮੀ ਖਿਲਤ ਦਾ ਮਤਲਬ ਕੀ ਆ? ਮਾਤਮੀ ਖਿਲਤ ਦਾ ਮਤਲਬ ਇਹ ਆ ਕਿ ਉਦੋਂ ਦਿੱਲੀ ਦਾ ਬਾਦਸ਼ਾਹ ਸੀਗਾ ਬਹਾਦਰ ਸ਼ਾਹ। ਬਹਾਦਰ ਸ਼ਾਹ ਕੌਣ ਸੀਗਾ? ਔਰੰਗਜ਼ੇਬ ਦਾ ਮੁੰਡਾ ਜੋ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਦੇ ਤਖਤ ਤੇ ਬੈਠਦਾ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਦੇ ਚੰਗੇ ਸੰਬੰਧ ਸੀ। ਗੁਰੂ ਗੋਬਿੰਦ ਸਿੰਘ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਤਾਂ ਉਸ ਤੋਂ ਬਾਅਦ ਇਹਦੇ 'ਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੂੰ ਮਾਤਮੀ ਖਿਲਤ ਭੇਜੀ। ਮਾਤਮੀ ਖਿਲਤ ਦਾ ਮਤਲਬ ਆ ਕਿ ਲਿਬਾਸ ਭੇਜੇ ਗਏ ਸੀ ਦਰਬਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੂੰ। ਅਸਲ 'ਚ ਜਿਹੜਾ ਇਹ ਅਖਬਾਰ ਸੀ ਇਹ ਮੁਗਲਾਂ ਦੇ ਦਰਬਾਰ 'ਚ ਇੱਕ ਡਿਪਾਰਟਮੈਂਟ ਬਣਿਆ ਹੁੰਦਾ ਸੀ। ਖਬਰਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਂਦੀਆਂ। ਜਿਵੇਂ ਬਾਦਸ਼ਾਹ ਦਾ ਕੋਈ ਫਰਮਾਨ ਜਾਰੀ ਹੋਇਆ, ਉਹ ਰਿਪੋਰਟਰ ਰੱਖੇ ਹੁੰਦੇ ਸੀ ਇਹਨਾਂ ਨੇ ਜਿਹਨੂੰ ਅਖਬਾਰ ਨਵੀਸ ਕਹਿੰਦੇ ਸੀ। ਉਹ ਲੈ ਕੇ ਜਾਂਦੇ ਸੀ ਲਿਖ ਕੇ ਖਬਰਾਂ। ਜੇ ਬਾਹਰ ਕੋਈ ਖਬਰ ਹੁੰਦੀ ਸੀ ਉਹ ਬਾਦਸ਼ਾਹ ਨੂੰ ਲਿਖ ਕੇ ਭੇਜੀਆਂ ਜਾਂਦੀਆਂ ਸੀ। ਹੁਣ ਇਹ ਕੌਣ ਆ ਜਿਹਨੂੰ ਇਹ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਕਿ ਦਿੱਲੀ 'ਚ ਦੇਖਿਆ ਗਿਆ ਤੇ ਮਾਤਮੀ ਖਿਲਤ ਜੀ ਨੂੰ ਭੇਜੀ ਗਈ? ਇਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਤੇ ਇਹਦੇ ਲਈ ਅਸੀਂ ਬਹੁਤ ਜ਼ਿਆਦਾ ਰਿਸਰਚ ਕੀਤੀ ਆ ਕਿਉਂਕਿ ਇਹ ਬਹੁਤ ਸੈਂਸਿਟਿਵ ਮਸਲਾ ਹੈ ਤਾਂ ਕਿ ਸਾਡੇ ਤੋਂ ਕੋਈ ਵੀ ਗਲਤੀ ਨਾ ਹੋ ਜਾਵੇ। ਇਸ ਕਰਕੇ ਜੋ ਵੀ ਮੈਂ ਗੱਲ ਕਰੂੰਗਾ ਉਹ ਪ੍ਰੋਪਰ ਕਿੱਥੋਂ ਅਸੀਂ ਸੋਰਸ ਲਏ ਨੇ ਉੱਥੋਂ ਅਸੀਂ ਗੱਲ ਕਰਾਂਗੇ। ਅਸਲ 'ਚ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਨਹੀਂ ਸੀ। ਨਾਮ ਜ਼ਰੂਰ ਅਜੀਤ ਸਿੰਘ ਸੀ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਨਹੀਂ ਸੀ। ਫਿਰ ਉਹਨਾਂ ਨੂੰ ਭੁਲੇਖਾ ਕਿਵੇਂ ਲੱਗਿਆ? ਇਹ ਸੀ ਪਾਲਤ ਪੁੱਤਰ ਅਜੀਤ ਸਿੰਘ ਜਿਹਦੇ ਨਾਮ ਅੱਗੇ ਸਾਹਿਬਜ਼ਾਦਾ ਲਾਉਂਦੇ ਸੀ ਉਸ ਟਾਈਮ ਤੇ। ਹੁਣ ਮੈਂ ਤੁਹਾਨੂੰ ਦਿਖਾਉਣਾ, ਇਹ SGPC ਦੀ ਛਾਪੀ ਹੋਈ ਇੱਕ ਕਿਤਾਬ ਹੈ, ਸਿੱਖ ਇਤਿਹਾਸ ਦੇ ਸੂਰਬੀਰ ਯੋਧੇ 4 ਸਾਹਿਬਜ਼ਾਦੇ। SGPC ਦੀ ਛਾਪੀ ਹੋਈ ਇਹ ਕਿਤਾਬ ਆ ਤੇ ਇਹਦੇ 'ਚ ਇਹ ਲਿਖਿਆ ਗਿਆ, ਇਹ ਦੇਖੋ ਮੈਂ ਤੁਹਾਨੂੰ ਇਹ ਦੇਖੋ 2 ਪਾਲਤ ਪੁੱਤਰ ਅਥਵਾ ਸਾਹਿਬਜ਼ਾਦੇ। ਪਹਿਲਾ ਪਾਲਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਇੱਕ ਵੀਡੀਓ ਪਾ ਚੁੱਕੇ ਹਾਂ। ਹੁਣ ਇੱਥੇ ਲਿਖਿਆ ਗਿਆ ਹੈ ਕਿ ਦੂਜਾ ਪਾਲਿਤ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ। ਹੁਣ ਇਹ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਹੀਂ ਹੈਗੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਸਭ ਤੋਂ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਨੇ ਚਮਕੌਰ ਦੀ ਗੜੀ 'ਚ ਮੁਗਲਾਂ ਨਾਲ ਲੜਦੇ ਹੋਏ ਸ਼ਹਾਦਤ ਦਿੱਤੀ ਸੀ। ਹੁਣ ਇਹ ਪਾਲਤ ਪੁੱਤਰ ਅਜੀਤ ਸਿੰਘ ਜਿਹੜਾ ਉਸ ਟਾਈਮ ਤੇ ਬਿਲਕੁਲ ਸਾਹਿਬਜ਼ਾਦਿਆਂ ਵਾਲੀ ਹੀ ਜ਼ਿੰਦਗੀ ਜਿਉਂਦਾ ਸੀ। ਸਾਹਿਬਜ਼ਾਦਿਆਂ ਵਰਗਾ ਹੀ ਰੁਤਬਾ ਦਿੱਤਾ ਗਿਆ ਸੀ ਮਾਤਾ ਸੁੰਦਰ ਕੌਰ ਜੀ ਵੱਲੋਂ ਇਹਨੂੰ ਤੇ ਸੰਗਤ ਵੀ ਆ ਕੇ ਇਹਨਾਂ ਦਾ ਬਹੁਤ ਮਾਣ ਸਤਿਕਾਰ ਕਰਦੀ ਸੀ। ਬਾਅਦ ਚੋਂ ਕਿਵੇਂ ਇਹ ਮਾਤਾ ਸੁੰਦਰੀ ਤੋਂ ਬਾਗੀ ਹੋ ਗਿਆ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ 11ਵਾਂ ਗੁਰੂ ਐਲਾਨਿਆ ਜਾਵੇ। ਮਾਤਾ ਸੁੰਦਰ ਕੌਰ ਤੇ ਇਹਨੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਮਾਤਾ ਸੁੰਦਰ ਕੌਰ ਨੂੰ ਤਲਵਾਰ ਕੱਢ ਲਈ ਸੀ ਇੱਕ ਵਾਰ। ਪਾਲਿਤ ਪੁੱਤਰ ਅਜੀਤ ਸਿੰਘ ਬਾਰੇ ਅੱਜ ਤੁਹਾਨੂੰ ਪੂਰਾ ਦੱਸਾਂਗੇ ਕਿ ਕਿਵੇਂ ਇਹਨੂੰ ਗੋਦ ਲਿਆ ਤੇ ਬਾਅਦ ਚੋਂ ਕੀ ਕੁਛ ਇਹਨੇ ਕੀਤਾ ਤੇ ਕਿਵੇਂ ਇਹਦੀ ਮੌਤ ਹੁੰਦੀ ਆ। ਗੱਲ ਹੁਣ ਹੈਗੀ ਆ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਪੂਰਾ ਪਰਿਵਾਰ ਵਿਛੜ ਗਿਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰ ਕੌਰ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਜ਼ਫਰਨਾਮਾ ਲਿਖਣ ਤੋਂ ਬਾਅਦ ਪਹੁੰਚ ਜਾਂਦੇ ਨੇ ਤਲਵੰਡੀ ਸਾਬੋ ਦੀ ਧਰਤੀ ਤੇ। ਉੱਥੋਂ ਗੁਰੂ ਸਾਹਿਬ ਜਾਂਦੇ ਨੇ ਦੱਖਣ ਵੱਲ ਨੂੰ ਜਾਂਦੇ ਨੇ। ਨਾਲ ਹੁੰਦਾ ਹੈ ਰਸਤੇ 'ਚ
ਬਹਾਦਰ ਸ਼ਾਹ ਉਸ ਟਾਈਮ ਦਾ ਬਾਦਸ਼ਾਹ। ਆਗਰਾ ਹੁੰਦੇ ਹੋਏ ਗੁਰੂ ਸਾਹਿਬ ਪਹੁੰਚਦੇ ਨੇ ਬੁਰਹਾਨਪੁਰ। ਬੁਰਹਾਨਪੁਰ ਮੱਧ ਪ੍ਰਦੇਸ਼ 'ਚ ਪੈਂਦਾ ਹੈ। ਬੁਰਹਾਨਪੁਰ ਜਦੋਂ ਗੁਰੂ ਸਾਹਿਬ ਪਹੁੰਚਦੇ ਨੇ ਤਾਂ ਜਿੱਥੇ ਵੀ ਗੁਰੂ ਸਾਹਿਬ ਰੁਕਦੇ ਨੇ ਹੁਣ ਸੰਗਤ ਉੱਥੇ ਆਉਂਦੀ ਆ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਿਵਾਉਣ ਲਈ। ਉੱਥੇ ਵੀ ਇਦਾਂ ਹੀ ਹੁੰਦਾ ਹੈ ਕਿ ਗੁਰੂ ਸਾਹਿਬ ਕੋਲ ਸੰਗਤ ਆਉਣ ਲੱਗ ਜਾਂਦੀ ਆ ਤੇ ਉਹ ਸੰਗਤ 'ਚ ਇੱਕ ਬੱਚਾ ਹੁੰਦਾ ਹੈ ਜਿਹਦੀ ਉਮਰ ਹੁੰਦੀ ਹੈ ਤਕਰੀਬਨ 5 ਸਾਲ। ਮਾਤਾ ਸੁੰਦਰ ਕੌਰ ਜੀ ਉਹ ਬੱਚੇ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਨੇ। ਮਾਤਾ ਸੁੰਦਰ ਕੌਰ ਜੀ ਕਹਿੰਦੇ ਨੇ ਕਿ ਇਹ ਬਿਲਕੁਲ ਮੇਰੇ ਅਜੀਤ ਵਰਗਾ ਲੱਗਦਾ ਹੈ ਕਿ ਮੈਂ ਇਹ ਬੱਚੇ ਨੂੰ ਅਪਣਾਉਣਾ ਚਾਹੁੰਦੀ ਹਾਂ। ਤਾਂ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ ਨੇ ਤੇਰਾ ਪੁੱਤ ਇੱਕੋ ਹੀ ਹੋਇਆ ਹੈ, ਕੋਈ ਹੋਰ ਅਜੀਤ ਸਿੰਘ ਨਹੀਂ ਬਣ ਸਕਦਾ। ਮਾਤਾ ਸੁੰਦਰ ਕੌਰ ਇੱਥੇ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਤੇ ਉਹ ਗੁਰੂ ਜੀ ਅੱਗੇ ਇਹ ਬੇਨਤੀ ਕਰਦੇ ਨੇ ਕਿ ਤੁਸੀਂ ਤਾਂ ਗੁਰੂ ਸਾਹਿਬ ਜਾ ਰਹੇ ਹੋ ਦੱਖਣ ਵੱਲ ਨੂੰ ਤੇ ਮੈਂ ਰੁਕਣਾ ਹੈ ਦਿੱਲੀ, ਕਿ ਮੇਰਾ ਕੌਣ ਸਹਾਰਾ ਹੈ ਇੱਥੇ, ਕਿ ਮੈਨੂੰ ਇਹ ਬੱਚਾ ਮੈਨੂੰ ਸੌਂਪ ਦਿਓ, ਇਹ ਬੱਚਾ ਮੇਰੇ ਅਜੀਤ ਸਿੰਘ ਦੀ ਕਮੀ ਪੂਰੀ ਕਰ ਦੇਗਾ। ਗੁਰੂ ਸਾਹਿਬ ਇੱਥੇ ਕਹਿੰਦੇ ਨੇ ਕਿ ਇਹ ਖਰਾਬ ਕਰੇਗਾ ਕੰਮ ਅੱਗੇ ਜਾ ਕੇ, ਕਿ ਤੁਸੀਂ ਨਾ ਕਰੋ ਇਦਾਂ। ਪਰ ਜਦੋਂ ਜ਼ਿਆਦਾ ਬੇਨਤੀ ਕਰਦੇ ਨੇ ਮਾਤਾ ਸੁੰਦਰ ਕੌਰ ਤੇ ਜ਼ਿੱਦ ਕਰਦੇ ਨੇ ਕਹਿ ਲਓ, ਤਾਂ ਗੁਰੂ ਸਾਹਿਬ ਨੂੰ ਫਿਰ ਉਹਨਾਂ ਦੀ ਇਹ ਗੱਲ ਮੰਨਣੀ ਪੈਂਦੀ ਆ ਤੇ ਉਹ ਬੱਚਾ ਗੋਦ ਪਾ ਦਿੱਤਾ ਜਾਂਦਾ ਹੈ ਮਾਤਾ ਸੁੰਦਰ ਕੌਰ ਦੇ। ਮਾਤਾ ਸੁੰਦਰ ਕੌਰ ਉਹਦਾ ਨਾਮ ਰੱਖ ਦਿੰਦੇ ਨੇ ਅਜੀਤ ਸਿੰਘ। ਗੁਰੂ ਗੋਬਿੰਦ ਸਿੰਘ ਜੀ ਚੱਲ ਜਾਂਦੇ ਨੇ ਅਬਚਲ ਨਗਰ ਨਾਂਦੇੜ ਦੀ ਧਰਤੀ ਤੇ, ਮਾਤਾ ਸੁੰਦਰ ਕੌਰ ਜੀ ਚੱਲ ਜਾਂਦੇ ਨੇ ਇਸ ਬੱਚੇ ਨੂੰ ਲੈ ਕੇ ਦਿੱਲੀ। ਸਮਾਂ ਲੰਘਦਾ ਹੈ, ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਜਾਂਦੇ ਨੇ ਤੇ ਇਹ ਬੱਚਾ ਹੌਲੀ ਹੌਲੀ ਵੱਡਾ ਹੋਣ ਲੱਗ ਜਾਂਦਾ ਹੈ। ਇਹ ਬੱਚੇ ਨੂੰ ਮਾਤਾ ਸੁੰਦਰ ਕੌਰ ਜੀ ਨੇ ਸਾਹਿਬਜ਼ਾਦਿਆਂ ਦਾ ਹੀ ਦਰਜਾ ਦਿੱਤਾ। ਇਸ ਬੱਚੇ ਨੂੰ ਮਾਤਾ ਸੁੰਦਰ ਕੌਰ ਨੇ ਬਚਪਨ ਤੋਂ ਹੀ ਆਪਣੇ ਪੁੱਤਰਾਂ ਵਾਂਗ ਪਾਲਿਆ ਤੇ ਸਾਹਿਬਜ਼ਾਦੇ ਦਾ ਹੀ ਦਰਜਾ ਦਿੱਤਾ। ਸਾਰੇ ਸਾਹਿਬਜ਼ਾਦਾ ਅਜੀਤ ਸਿੰਘ ਕਹਿ ਕੇ ਹੀ ਬੁਲਾਉਂਦੇ ਸੀ। ਜਦੋਂ ਦੂਰੋਂ ਨੇੜਿਓਂ ਸੰਗਤ ਮਾਤਾ ਸੁੰਦਰ ਕੌਰ ਜੀ ਦੇ ਦਰਸ਼ਨ ਕਰਨ ਆਉਂਦੀ ਸੀ ਤੇ ਉਹਨਾਂ ਅੱਗੇ ਸੀਸ ਨਿਵਾਉਂਦੀ ਸੀ ਤੇ ਨਾਲ ਹੀ ਇਸ ਬੱਚੇ ਅਜੀਤ ਸਿੰਘ ਅੱਗੇ ਵੀ ਸੀਸ ਨਿਵਾਉਂਦੇ ਸੀ। ਸਾਰੇ ਇਹਨਾਂ ਨੂੰ ਸਾਹਿਬਜ਼ਾਦਾ ਹੀ ਕਹਿੰਦੇ ਸੀ, ਕੋਈ ਵੀ ਏਦਾਂ ਅਜੀਤ ਸਿੰਘ ਨਹੀਂ ਕਹਿੰਦਾ ਸੀ। ਸਾਰੇ ਬਹੁਤ ਇੱਜ਼ਤ ਮਾਣ ਕਰਦੇ ਸੀ। ਇਸੇ ਕਰਕੇ ਹੀ ਉਹ ਅਖਬਾਰ ਮੁਗਲਾਂ ਦਾ ਦਰਬਾਰੇ ਮੌਲਾ 'ਚ ਉਹਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਲਿਖਿਆ ਹੈ ਤੇ ਉਹਨਾਂ ਨੂੰ ਭੁਲੇਖਾ ਪਿਆ ਹੈ। ਹੋ ਸਕਦਾ ਉਦੋਂ ਲੋਕ ਇਹ ਗੱਲਾਂ ਕਰਦੇ ਹੋਣ ਆਪਸ 'ਚ, ਜਿਹੜੀ ਸੰਗਤ ਆ, ਕਿ ਇਹ ਤਾਂ ਹੂਬਹੂ ਅਜੀਤ ਸਿੰਘ ਹੀ ਨੇ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਇਹ ਤਾਂ ਅਜੀਤ ਸਿੰਘ ਹੀ ਆ ਗਏ। ਤਾਂ ਇਸ ਚੀਜ਼ ਦੀ ਹੋ ਸਕਦਾ ਹੈ ਅਫਵਾਹ ਉਸ ਟਾਈਮ ਤੇ ਕਿਸੇ ਨੇ ਸੁਣ ਲਈ ਹੋਵੇ ਤੇ ਜਿਹੜੇ ਇਹਨਾਂ ਦੇ ਰਿਪੋਰਟਰ ਸੀ ਮੁਗਲਾਂ ਦੇ, ਉਹਨਾਂ ਨੂੰ ਇਹ ਅਫਵਾਹ ਮਿਲੀ ਹੋਵੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਆ ਗਏ, ਤਾਂ ਉਹਨਾਂ ਨੇ ਇਹ ਚੀਜ਼ ਲਿਖਤੀ ਉਹਦੇ ਵਿੱਚ। ਹੁਣ ਇਹਨਾਂ ਦੀ ਉਸ ਟਾਈਮ ਤੇ ਇੰਨੀ ਸ਼ਾਨੋ ਸ਼ੌਕਤ ਹੁੰਦੀ ਸੀ ਕਿ ਇਹ ਬਹੁਤ ਕੀਮਤੀ ਲਿਬਾਸ ਪਹਿਨਦੇ ਸੀ, ਬਹੁਤ ਮਹਿੰਗੇ ਮਹਿੰਗੇ ਘੋੜੇ ਇਹਨਾਂ ਨੂੰ ਭੇਟਾ ਕੀਤੇ ਜਾਂਦੇ ਸੀ ਸਿੱਖ ਸੰਗਤ ਵੱਲੋਂ, ਤੇ ਮਾਤਾ ਸੁੰਦਰੀ ਕੌਰ ਵੀ ਇਹਨਾਂ ਨੂੰ ਬਹੁਤ ਮਹਿੰਗੇ ਮਹਿੰਗੇ ਘੋੜੇ ਲੈ ਕੇ ਦਿੰਦੇ ਸੀ ਤੇ ਆਪਦੇ ਨਾਲ ਇਹ 60 ਘੋੜ ਸਵਾਰ ਰੱਖਦੇ ਸੀ। ਜਿੱਥੋਂ ਵੀ ਜਾਂਦੇ ਸੀ ਇਹ, ਜਿੱਥੋਂ ਵੀ ਇਹਨਾਂ ਦਾ ਕਾਫਲਾ ਲੰਘਦਾ ਸੀ, 60 ਘੋੜ ਸਵਾਰ ਇਹਨਾਂ ਦੇ ਨਾਲ ਹੁੰਦੇ ਸੀਗੇ। ਤੁਸੀਂ ਸੋਚ ਸਕਦੇ ਹੋ ਨਾ ਕਿ ਕਿੰਨਾ ਇਹਨਾਂ ਨੂੰ ਮਾਣ ਇੱਜ਼ਤ ਦਿੱਤਾ ਜਾਂਦਾ ਸੀ। ਫਿਰ ਗੱਲ ਵਿਗੜਦੀ ਕਿੱਥੇ ਆ? ਇਹ ਬਾਗੀ ਕਿਉਂ ਹੋ ਜਾਂਦੇ ਨੇ? ਕਿਉਂ ਇਹ ਕਹਿੰਦੇ ਨੇ ਕਿ ਹਾਂ ਮੈਂ ਗੱਦੀ ਤੇ ਬੈਠਣਾ, ਮੈਂ ਗੁਰੂ ਸਾਹਿਬ ਦੇ ਵਸਤਰ ਪਹਿਨਣੇ ਨੇ, ਮੈਂ ਗੁਰੂ ਸਾਹਿਬ ਦੇ ਸ਼ਸਤਰ ਚੱਕਣੇ ਨੇ? ਇੱਥੋਂ ਤੱਕ ਇਹ ਗੱਲ ਕਿਵੇਂ ਪਹੁੰਚਦੀ ਆ? ਹੁਣ ਇੰਨਾ ਮਾਣ ਸਤਿਕਾਰ ਇਹਨਾਂ ਨੂੰ ਮਿਲ ਰਿਹਾ ਸੀ। ਇੱਕ ਤਾਂ ਉਹ ਗੱਲ ਦਾ ਇਹਨਾਂ ਨੂੰ ਹੰਕਾਰ ਹੋ ਗਿਆ ਕਿ ਮੇਰੇ ਅੱਗੇ ਹੁਣ ਸੀਸ ਨਿਵਾ ਰਹੇ ਨੇ ਸਾਰੇ, ਕਿ ਹਾਂ ਗੁਰੂ ਸਾਹਿਬ ਤਾਂ ਹੁਣ ਜੋਤੀ ਜੋਤ ਸਮਾ ਗਏ ਨੇ, ਕਿ ਗੱਦੀ ਹੁਣ ਆਊਗੀ ਮੇਰੇ ਤੱਕ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਗਏ ਸੀਗੇ ਕਿ ਸ਼ਬਦ ਹੀ ਹੁਣ ਗੁਰੂ ਆ, ਪਰ ਇਹਦੇ ਮਨ 'ਚ ਇਹ ਲਾਲਚ ਆ ਗਿਆ ਕਿ ਹਾਂ ਹੁਣ ਪੁੱਤਰ ਤਾਂ ਮੈਂ ਹੀ ਆ ਗੁਰੂ ਗੋਬਿੰਦ ਸਿੰਘ ਜੀ ਦਾ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੁੱਤਰ ਇਹਨੂੰ ਕਦੇ ਵੀ ਨਹੀਂ ਆਖਿਆ। ਮਾਤਾ ਸੁੰਦਰ ਕੌਰ ਜੀ ਦਾ ਪਾਲਿਤ ਪੁੱਤਰ ਹੀ ਲਿਖਦੇ ਨੇ ਸਾਰੇ ਇਤਿਹਾਸਕਾਰ ਇਹਨਾਂ ਨੂੰ। ਤਾਂ ਨਾਮ ਤਾਂ ਪਰ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਲ ਇਹਦੇ ਲੱਗ ਗਿਆ ਸੀ ਨਾ, ਇਸ ਚੀਜ਼ ਦਾ ਇਹਨੂੰ ਹੰਕਾਰ ਆ ਗਿਆ ਕਿ ਹਾਂ ਗੁਰਗੱਦੀ ਤਾਂ ਹੁਣ ਮੈਨੂੰ ਹੀ ਮਿਲਣੀ ਆ। ਤੇ ਇਸ ਤੋਂ ਬਿਨਾਂ ਹੋਰ ਕੀ ਇੱਥੇ ਹੋਇਆ ਕਿ ਜਿਵੇਂ ਮਾਤਾ ਸੁੰਦਰ ਕੌਰ ਜੀ ਜਦੋਂ ਦਿੱਲੀ ਰਹਿੰਦੇ ਸੀ ਤਾਂ ਆਸ-ਪਾਸ ਦੀਆਂ ਜਿੰਨੀਆਂ ਵੀ ਸੰਗਤਾਂ ਸੀ, ਸਿੱਖ ਸੰਗਤਾਂ ਮਾਇਆ ਭੇਂਟ ਕਰਦੀਆਂ ਸੀ, ਮਾਇਆ ਭੇਜੀ ਜਾਂਦੀ ਸੀ ਮਾਤਾ ਸੁੰਦਰ ਕੌਰ ਜੀ ਨੂੰ। ਮਤਲਬ ਕਹਿ ਲਓ ਕਿ ਜਿਵੇਂ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਗੁਰੂ ਘਰਾਂ ਦੇ ਖਜ਼ਾਨੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਕਦੇ ਵੀ ਖਾਲੀ ਨਹੀਂ ਰਹੇ, ਨਾ ਰਹਿਣਗੇ। ਤਾਂ ਉਸ ਟਾਈਮ ਤੇ ਬਹੁਤ ਮਾਇਆ ਆਉਂਦੀ ਸੀਗੀ, ਮਾਤਾ ਸੁੰਦਰ ਕੌਰ ਜੀ ਦੇ ਖਜ਼ਾਨੇ 'ਚ ਬਹੁਤ ਮਾਇਆ ਸੀਗੀ। ਇੱਕ ਤਾਂ ਇਹਨੂੰ ਇਹ ਲਾਲਚ ਹੋ ਗਿਆ ਕਿ ਹਾਂ ਇਹ ਮਾਇਆ ਹੁਣ ਮੇਰਾ ਹੱਕ ਆਏ ਮਾਇਆ ਤੇ, ਕਿ ਜਲਦੀ ਜਲਦੀ ਮੈਨੂੰ ਹੀ ਮਿਲ ਜਾਏ।
ਮਾਤਾ ਸੁੰਦਰ ਕੌਰ ਜੀ ਨੇ ਤਾਂ ਕੁਝ ਵੀ ਨਹੀਂ ਲੁਕੋਇਆ ਸੀ ਇਹਨਾਂ ਤੋਂ। ਫਿਰ ਇੱਕ ਦਿਨ ਜਾ ਕੇ ਮਾਤਾ ਸੁੰਦਰ ਕੌਰ ਜੀ ਨੂੰ ਕਹਿੰਦਾ ਅਜੀਤ ਸਿੰਘ ਕਿ ਉਹਨਾਂ ਦੇ ਲਿਬਾਸ, ਉਹਨਾਂ ਦੇ ਵਸਤਰ ਮੈਂ ਪਹਿਨਣੇ ਨੇ। ਇਸ ਚੀਜ਼ ਤੇ ਮਾਤਾ ਸੁੰਦਰ ਕੌਰ ਜੀ ਇਹਦੇ ਤੋਂ ਖਫਾ ਹੋ ਜਾਂਦੇ ਨੇ। ਇੰਨਾ ਪਿਆਰ ਕਰਦੇ ਸੀ, ਜਦੋਂ ਇਹਦੀ ਇਹ ਹਰਕਤ ਸੁਣਦੇ ਨੇ ਤਾਂ ਉਹ ਇਹਦੇ ਤੋਂ ਗੁੱਸੇ ਹੋ ਜਾਂਦੇ ਨੇ। ਉਹ ਸ਼ਸਤਰ ਹੈ ਕਿਹਦੇ ਸੀ? ਗੁਰੂ ਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਦੀ ਧਰਤੀ ਤੇ ਸੀ ਤਾਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਮਾਤਾ ਸਾਹਿਬ ਕੌਰ ਦੇ ਹੱਥ ਇਹ ਸ਼ਸਤਰ ਭੇਜੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 6 ਸ਼ਸਤਰ ਸੀਗੇ ਉਹ। ਸੋਚੋ, ਜਿਹੜੇ ਸ਼ਸਤਰ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਹੀਂ ਪਹਿਨੇ, ਇਹ ਕਹਿ ਰਿਹਾ ਸੀ ਕਿ ਮੈਂ ਪਹਿਨਣੇ ਨੇ, ਮੈਂ ਉਹਨਾਂ ਦੀ ਲਿਬਾਸ, ਗੁਰੂ ਗੋਬਿੰਦ ਸਿੰਘ ਜੀ ਦੀ ਲਿਬਾਸ ਮੈਂ ਪਹਿਨਣੀ ਆ। ਤਾਂ ਇਹ ਚੀਜ਼ ਤੋਂ ਮਾਤਾ ਸੁੰਦਰ ਕੌਰ ਜੀ ਬਹੁਤ ਖਫਾ ਹੋ ਜਾਂਦੇ ਨੇ ਤੇ ਮਨਾ ਕਰ ਦਿੰਦੇ ਨੇ। ਤਾਂ ਗੁੱਸੇ 'ਚ ਆਇਆ ਫਿਰ ਇਹ ਮਾਤਾ ਸੁੰਦਰ ਕੌਰ ਜੀ ਨੂੰ ਤਲਵਾਰ ਕੱਢ ਲੈਂਦਾ ਹੈ। ਇੱਥੇ ਫਿਰ ਮਾਤਾ ਸੁੰਦਰ ਕੌਰ ਜੀ ਇਹਨੂੰ ਬੇਦਖਲ ਕਰ ਦਿੰਦੇ ਨੇ। ਸੋਚੋ ਕਿੰਨਾ ਦਿਲ ਟੁੱਟਿਆ ਹੋਣਾ ਉਹਨਾਂ ਦਾ, ਕਿੰਨੇ ਚਾਵਾਂ ਨਾਲ, ਕਿੰਨੀ ਮਮਤਾ ਨਾਲ ਇੱਕ ਛੋਟੇ ਜਿਹੇ ਬੱਚੇ ਨੂੰ ਗੋਦ ਲਿਆ, 5 ਸਾਲ ਦੇ ਬੱਚੇ ਨੂੰ, ਕਿ ਇਹ ਮੇਰਾ ਅਜੀਤ ਸਿੰਘ ਲੱਗਦਾ ਹੈ। ਉਹਨੇ ਆਪਣੇ ਅਸਲੀ ਰੰਗ ਵਿਖਾ ਦਿੱਤੇ। ਹੁਣ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਉਹ ਬਚਨ ਕਿ ਤੇਰਾ ਅਜੀਤ ਸਿੰਘ ਕੋਈ ਨਹੀਂ ਬਣ ਸਕਦਾ, ਉਹ ਇੱਕੋ ਹੀ ਸੀ, ਉਹ ਪੂਰੇ ਹੋ ਗਏ ਅੱਜ। ਤੇ ਮਾਤਾ ਸੁੰਦਰ ਕੌਰ ਜੀ ਦਾ ਦਿਲ ਅੰਦਰੋਂ ਰੋਂਦਾ ਹੋਊਗਾ। ਫਿਰ ਇਹਨੂੰ ਬੇਦਖਲ ਕਰ ਦਿੱਤਾ ਜਾਂਦਾ। ਇਹਨੂੰ ਕਿਹਾ ਜਾਂਦਾ ਕਿ ਤੂੰ ਸਾਨੂੰ ਆਪਣੀ ਸ਼ਕਲ ਨਹੀਂ ਦਿਖਾਏਗਾ, ਤੈਨੂੰ ਜੋ ਵੀ ਚਾਹੀਦਾ, ਜੋ ਵੀ ਖਰਚਾ ਪਾਣੀ ਚਾਹੀਦਾ, ਤੂੰ ਬਾਹਰੋਂ ਆ ਕੇ ਬੈਠ ਜਾ ਕਰ, ਤੈਨੂੰ ਮਿਲ ਜੂਗਾ, ਪਰ ਤੂੰ ਸਾਨੂੰ ਸ਼ਕਲ ਨਹੀਂ ਦਿਖਾਏਗਾ, ਤੇਰੇ ਅਸੀਂ ਮੱਥੇ ਨਹੀਂ ਲੱਗਣਾ। ਤਾਂ ਇਹ ਉੱਥੋਂ ਚੱਲ ਜਾਂਦਾ ਹੈ, ਇਹ ਦੂਸਰੇ ਕਿਸੇ ਹੋਰ ਘਰ 'ਚ ਰਹਿਣ ਲੱਗ ਜਾਂਦਾ ਹੈ। ਜਿਹੜੇ ਲੋਕ ਮੰਨਦੇ ਸੀਗੇ ਉਹ ਕੁਝ ਕੇ ਇਹਦੇ ਪਿੱਛੇ ਵੀ ਚਲੇ ਗਏ। ਹੁਣ ਆਮ ਜ਼ਿੰਦਗੀ ਤਾਂ ਇਹ ਜਿਉ ਨਹੀਂ ਸਕਦਾ ਸੀ, ਉਹੀ ਸ਼ਾਹੀ ਠਾਠ ਬਾਠ ਨਾਲ ਇਹ ਜ਼ਿੰਦਗੀ ਜਿਉਂਦਾ ਸੀ। ਮਾਤਾ ਸੁੰਦਰ ਕੌਰ ਜੀ ਇਹਦੇ ਮੱਥੇ ਨਹੀਂ ਲੱਗਦੇ ਸੀ ਤੇ ਇਹਨੂੰ ਖਰਚਾ ਪਾਣੀ ਦਈ ਜਾਂਦੇ ਸੀਗੇ। ਇਹਦੇ ਨਾਲ ਦੇ ਸੀਗੇ ਜਿਹੜੇ, ਫਿਰ ਉਹ ਥੋੜੇ ਜਿਹੇ ਮੰਚਲੇ ਹੋਣੇ ਸਟਾਰਟ ਹੋ ਗਏ। ਇੱਕ ਵਾਰ ਦੀ ਗੱਲ ਆ ਕਿ ਦਿੱਲੀ 'ਚ ਮੁਸਲਮਾਨ ਕਮਿਊਨਿਟੀ ਦੇ ਕੁਝ ਲੋਕ ਨਮਾਜ਼ ਪੜ੍ਹ ਰਹੇ ਸੀ ਤਾਂ ਅਜੀਤ ਸਿੰਘ ਆਪਣੇ ਸਾਥੀਆਂ ਨਾਲ ਖੜਾ ਸੀ ਤੇ ਉਹ ਮਜ਼ਾਕ ਉਡਾਉਣ ਲੱਗੇ ਮੁਸਲਮਾਨ ਭਰਾਵਾਂ ਦਾ। ਉਹ ਕਹਿਣ ਲੱਗੇ ਕਿ ਦੇਖੋ ਇਹ ਕਿਸ ਤਰੀਕੇ ਦੀਆਂ ਅਜੀਬ ਕਸਰਤਾਂ ਕਰ ਰਹੇ ਨੇ, ਹੱਸਣ ਲੱਗੇ ਉੱਚੀ ਉੱਚੀ। ਇਹ ਗੱਲ ਉਹ ਮੁਸਲਮਾਨ ਕਮਿਊਨਿਟੀ ਦੇ ਲੋਕਾਂ ਨੂੰ ਚੰਗੀ ਨਹੀਂ ਲੱਗੀ ਤੇ ਉਹ ਗਏ ਮੁਗਲ ਦਰਬਾਰ 'ਚ ਸ਼ਿਕਾਇਤ ਲੈ ਕੇ। ਉਹ ਬਾਦਸ਼ਾਹ ਨੂੰ ਜਾ ਕੇ ਕਹਿੰਦੇ ਨੇ ਕਿ ਜਾਂ ਤਾਂ ਇਹਨੂੰ ਇਹ ਸ਼ਹਿਰ 'ਚੋਂ ਕੱਢੋ, ਜੇ ਇਸ ਸ਼ਹਿਰ 'ਚ ਇਹਨੇ ਰਹਿਣਾ ਹੈ ਤਾਂ ਆਪਦੇ ਕੇਸ਼ ਕਤਲ ਕਰੇ। ਇਹ ਸਾਡੀ ਇਹਨੇ ਬੇਕਦਰੀ ਕੀਤੀ ਆ, ਸਾਡੇ ਧਰਮ ਦੀ ਬੇਇੱਜ਼ਤੀ ਕੀਤੀ ਆ, ਜੇ ਇਹਨੇ ਰਹਿਣਾ ਇਹ ਕੇਸ਼ ਕਤਲ ਕਰਦੇ ਆਪਦੇ, ਸਾਨੂੰ ਕੋਈ ਆਬਜੈਕਸ਼ਨ ਨਹੀਂ। ਤਾਂ ਮੁਗਲ ਦਰਬਾਰ ਦੇ ਜਿਹੜੇ ਸੈਨਿਕ ਸੀ ਉਹ ਮਾਤਾ ਸੁੰਦਰ ਕੌਰ ਜਿੱਥੇ ਨਿਵਾਸ ਕਰਦੇ ਸੀ ਉੱਥੇ ਵੀ ਜਾਂਦੇ ਨੇ। ਮਾਤਾ ਸੁੰਦਰ ਕੌਰ ਇੱਥੇ ਦਿਖਾਉਂਦੇ ਨੇ ਕਿ ਆਹ ਦੇਖੋ ਅਸੀਂ ਤਾਂ ਇਹਨੂੰ ਬੇਦਖਲ ਕੀਤਾ ਹੋਇਆ ਹੈ, ਕਿਉਂਕਿ ਇਹਨੂੰ ਬੇਦਖਲ ਕਰਨ ਦੇ ਟਾਈਮ ਤੇ ਇਹਦੇ ਤੋਂ ਲਿਖਵਾ ਲਿਆ ਸੀ ਮਾਤਾ ਸੁੰਦਰ ਕੌਰ ਨੇ। ਹੁਣ ਇਹਦੇ ਕੋਲ ਵੀ ਇਹ ਖਬਰ ਪਹੁੰਚ ਜਾਂਦੀ ਹੈ ਕਿ ਤੈਨੂੰ ਤਲਬ ਕੀਤਾ ਗਿਆ ਹੈ ਮੁਗਲ ਦਰਬਾਰ 'ਚ, ਆਹ ਸ਼ਰਤ ਰੱਖੀ ਆ ਉਹ ਮੁਸਲਮਾਨਾਂ ਨੇ ਜਿਨ੍ਹਾਂ ਦੀ ਤੁਸੀਂ ਬੇਇੱਜ਼ਤੀ ਕੀਤੀ ਸੀ। ਹੁਣ ਇੱਥੇ ਇਤਿਹਾਸਕਾਰਾਂ ਨੇ ਇੱਕ ਗੱਲ ਲਿਖੀ ਆ ਕਿ ਇਹਨੇ ਆਪਦੇ ਕੇਸ਼ ਕਤਲ ਕਰਕੇ ਇੱਕ ਥਾਲ 'ਚ ਰੱਖ ਕੇ ਮੁਗਲ ਬਾਦਸ਼ਾਹ ਅੱਗੇ ਪੇਸ਼ ਕਰ ਦਿੱਤੇ। ਕਈ ਇਤਿਹਾਸਕਾਰਾਂ ਦਾ ਦੂਜਾ ਪੱਖ ਵੀ ਹੈਗਾ, ਉਹ ਇਹ ਲਿਖਦੇ ਨੇ ਕਿ ਜ਼ਬਰਦਸਤੀ ਇਹਦੇ ਕੇਸ ਕਤਲ ਕੀਤੇ ਗਏ ਤੇ ਮੁਗਲ ਬਾਦਸ਼ਾਹ ਅੱਗੇ ਪੇਸ਼ ਕੀਤੇ ਗਏ। ਇਸ ਗੱਲ ਤੋਂ ਸਿੱਖ ਸੰਗਤ 'ਚ ਹੋਰ ਜ਼ਿਆਦਾ ਰੋਸ਼ ਹੋ ਗਿਆ, ਪਰ ਇਹ ਥੋੜਾ ਹੋਰ ਜ਼ਿਆਦਾ ਖੁੱਲ ਗਿਆ ਹੁਣ, ਕਿਉਂਕਿ ਇਹਨੂੰ ਕਿਸੇ ਦਾ ਡਰ ਭੈ ਤਾਂ ਹੈ ਨਹੀਂ ਸੀਗਾ। ਇਹ ਏਦਾਂ ਹੀ ਮौज ਮਸਤੀਆਂ 'ਚ ਆਪਣੇ ਲੱਗੇ ਰਹਿੰਦੇ। ਉਹੀ ਘੋੜਸਵਾਰ ਇਹਦੇ ਨਾਲ, ਪੂਰਾ ਕਾਫਲਾ ਇਹਦੇ ਨਾਲ, ਉਹੀ ਸ਼ਾਹੀ ਠਾਠ ਬਾਠ ਨਾਲ ਇਹ ਰਹਿੰਦਾ ਸੀ ਕਿਉਂਕਿ ਖਰਚਾ ਪਾਣੀ ਇਹਨੂੰ ਮਿਲ ਜਾਂਦਾ ਸੀ। ਇਹ ਗੱਲ ਤੋਂ ਹੁਣ ਮੁਗਲ ਬਾਦਸ਼ਾਹ ਵੀ ਖੁਸ਼ ਹੋ ਗਿਆ। ਤਾਂ ਮੁਗਲ ਜਿਹੜੇ ਬਾਦਸ਼ਾਹ ਸੀ ਉਸ ਟਾਈਮ ਤੇ ਸੀਗਾ ਫਰਕਸ਼ੀਰ। ਪੰਜਾਬ 'ਚ ਉਸ ਟਾਈਮ ਤੇ ਕੀ ਹੋ ਰਿਹਾ ਸੀ? ਪੰਜਾਬ 'ਚ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਦੀਆਂ ਜੜ੍ਹਾਂ ਪੱਟ ਰਹੇ ਸੀਗੇ ਉਸ ਟਾਈਮ ਤੇ। ਮੁਗਲਾਂ ਦੇ ਕਿਲਿਆਂ ਨੂੰ ਢਹਿ ਢੇਰੀ ਕਰ ਰਹੇ ਸੀ ਪੰਜਾਬ 'ਚ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਹੋਏ ਸ਼ੇਰ। ਮੁਗਲਾਂ ਨੇ ਇੱਥੇ ਕੀ ਸੋਚਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਲੀਡਰ ਬਣ ਗਿਆ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ। ਉਹ ਸਮਝਦੇ ਸੀ, ਵੈਸੇ ਨਹੀਂ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀਂ ਪੁੱਤਰ ਕਿਹਾ। ਮੁਗਲ ਬਾਦਸ਼ਾਹ ਫਿਰ ਮੁਗਲ ਇਹ ਸਮਝਦੇ ਸੀ ਕਿ ਇਧਰੋਂ ਮਾਤਾ ਸੁੰਦਰ ਕੌਰ ਨੇ ਇਹਨੂੰ ਸਾਹਿਬਜ਼ਾਦੇ ਦਾ ਖਿਤਾਬ ਦਿੱਤਾ ਹੋਇਆ ਹੈ, ਸਾਰੀ ਸੰਗਤ ਇਹਨੂੰ ਸਾਹਿਬਜ਼ਾਦਾ ਮੰਨਦੀ ਆ, ਕਿ ਜੇ ਇਹਨੂੰ ਅਸੀਂ ਆਪਦੀ ਕਠਪੁਤਲੀ ਬਣਾ ਲਈਏ ਤਾਂ ਸਿੱਖਾਂ ਨੂੰ ਅਸੀਂ ਕੰਟਰੋਲ ਕਰ ਲਾਂਗੇ। ਫਿਰ ਮੁਗਲ ਆਪਦੇ ਹਿਸਾਬ ਨਾਲ ਇਹਨੂੰ ਚਲਾਉਣ ਲੱਗ ਗਏ, ਕੁਝ ਕਹਿੰਦੇ ਨਹੀਂ ਸੀਗੇ ਇਹਨੂੰ। ਟਾਈਮ ਲੰਘਦਾ ਗਿਆ। ਇੱਕ ਵਾਰ ਦੀ ਗੱਲ ਆ ਕਿ ਇਹ ਆਪਦੇ ਕਾਫਲੇ ਨਾਲ ਇਹ ਸ਼ਾਮ ਨੂੰ ਜਾਂਦਾ ਹੁੰਦਾ ਸੀ, ਪੂਰਾ ਨਹਾ ਧੋ ਕੇ ਤਿਆਰ ਹੋ ਕੇ, ਰੋਜ਼ ਦਾ ਕੰਮ ਸੀ, ਬਹਿ ਜਾਂਦਾ ਸੀ। ਅੱਗੇ ਇਹਦਾ ਘੋੜਾ ਹੁੰਦਾ ਸੀ, ਪਿੱਛੇ ਇਹਦੇ 60 ਘੋੜਸਵਾਰ। ਹੁਣ ਉਦੋਂ ਸ਼ਾਇਦ ਗਿਣਤੀ ਘਟ ਗਈ ਹੋਵੇ। ਪੂਰੇ ਆਪਦੇ ਕਾਫਲੇ ਨਾਲ ਇਹ ਬਾਜ਼ਾਰਾਂ 'ਚ, ਦਿੱਲੀ ਦੇ ਬਾਜ਼ਾਰਾਂ 'ਚ ਏਦਾਂ ਗੇੜੇ ਕੱਢਦਾ ਪੂਰਾ।
ਇਹ ਇਹਦਾ ਰੂਟੀਨ ਦਾ ਕੰਮ ਸੀ। ਇੱਕ ਵਾਰ ਇਹ ਏਦਾਂ ਹੀ ਜਾ ਰਹੇ ਸੀ ਆਪਣੇ ਕਾਫਲੇ ਨਾਲ, ਇੱਕ ਬੇਨਵਾ ਫਕੀਰ ਸੀ, ਜਿਵੇਂ ਹੁਣ ਫਕੀਰ ਸੜਕਾਂ ਤੇ ਫਿਰਦੇ ਹੁੰਦੇ ਨੇ, ਬੇਨਵਾ ਕਮਿਊਨਿਟੀ, ਬੇਨਵਾ ਫਕੀਰ ਸੀ ਇੱਕ, ਉਹ ਇਹਦੇ ਅੱਗੇ ਆ ਕੇ ਕਹਿੰਦਾ ਹੈ ਕਿ ਬਾਦਸ਼ਾਹ, ਕਿ ਤੁਸੀਂ ਤਾਂ ਬਾਦਸ਼ਾਹ ਲੱਗਦੇ ਹੋ ਜਮਾਂ, ਕਿ ਮੈਨੂੰ ਕੁਛ ਦਿਓ। ਇਹ ਖੁਸ਼ ਹੋ ਗਿਆ ਹੁਣ ਕਿ ਮੈਨੂੰ ਬਾਦਸ਼ਾਹ ਗਿਆ, ਤਾਂ ਹੁਣ ਭੁੱਖਾ ਸੀ ਇਸ ਚੀਜ਼ ਦਾ, ਮਾਇਆ ਦਾ ਭੁੱਖਾ, ਬੜਾਈ ਦਾ ਭੁੱਖਾ, ਇਹ ਸਾਰਿਆਂ ਦੇ ਲਾਲਚ ਕਰਕੇ ਤਾਂ ਇਹ ਇਸ ਹਾਲਤ 'ਚ ਪਹੁੰਚਿਆ ਸੀ। ਹੁਣ ਤੁਸੀਂ ਸੋਚੋ ਨਾ, ਕਿੱਡੀ ਕਿਸਮਤ ਵੀ ਚੰਗੀ ਸੀ ਕਿ ਪੰਥ ਦੇ ਵਲੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਅਖਵਾਉਣ ਦਾ ਇਹਨੂੰ ਦਰਜਾ ਮਿਲਿਆ। ਗੁਰੂ ਗੋਬਿੰਦ ਸਿੰਘ ਜੀ ਦੇ 4 ਫਰਜ਼ੰਦ, 4 ਸਾਹਿਬਜ਼ਾਦੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹ ਛੋਟੇ ਛੋਟੇ ਬੱਚੇ ਜਿਹੜੇ ਸੂਬੇ ਸਰਹੰਦ ਦੀ ਕਚਹਿਰੀ 'ਚ ਵੀ ਨਹੀਂ ਡਰੇ, ਉਹਨਾਂ ਨੂੰ ਲੱਖ ਲਾਲਚ ਦਿੱਤੇ ਗਏ, ਉਹਨਾਂ ਨੂੰ ਉਹ ਤਾਂ ਵੀ ਨਹੀਂ ਡਰੇ, ਉਹਨਾਂ ਨੇ ਮੌਤ ਨੂੰ ਚੁੰਮਿਆ। ਤੇ ਇਹ ਬੰਦਾ ਜਿਹਨੂੰ ਸਾਹਿਬਜ਼ਾਦੇ ਦਾ ਖਿਤਾਬ ਦਿੱਤਾ ਗਿਆ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹਦਾ ਨਾਮ ਜੁੜਿਆ, ਮਾਤਾ ਸੁੰਦਰ ਕੌਰ ਦੀ ਗੋਦੀ 'ਚ ਪਲਿਆ, ਇਹ ਲਾਲਚ ਕਰਕੇ ਸਾਰਾ ਕੁਝ ਗਵਾ ਚੁੱਕਿਆ ਸੀ। ਤਾਂ ਉਹ ਬੇਨਵਾ ਫਕੀਰ ਫਿਰ ਇਹਦੀ ਤਾਰੀਫ ਕਰ ਦਿੰਦਾ ਹੈ, ਖੁਸ਼ ਹੋ ਜਾਂਦਾ ਹੈ। ਇੱਕ ਚਾਂਦੀ ਦਾ ਸਿੱਕਾ ਇਹ ਉਹਨੂੰ ਦੇ ਦਿੰਦਾ ਹੈ, ਉਹਨਾਂ ਟਾਈਮਾਂ 'ਚ 1 ਰੁਪਇਆ ਚਾਂਦੀ ਦਾ ਦੇ ਦਿੰਦਾ ਹੈ। ਅਗਲੇ ਦਿਨ ਜਾਂਦਾ ਉਹ ਬੇਨਵਾ ਫਕੀਰ ਫਿਰ ਆ ਜਾਂਦਾ, ਇਹ ਫੇਰ ਦੇ ਦਿੰਦਾ, ਆਪਦੀ ਟੌਰ ਬਣਾਉਣ ਦਾ ਮਾਰਾ। ਐਂ 3-4 ਦਿਨ ਹੁੰਦੇ ਰਹਿੰਦੇ ਨੇ, ਹਫਤਾ ਹੋ ਜਾਂਦਾ ਹੈ, ਹਰ ਰੋਜ਼ ਚੱਕ ਕੇ ਸਿੱਕਾ ਦੇ ਦਿੰਦਾ ਉਹ ਬੇਨਵਾ ਫਕੀਰ। ਹੁਣ ਹਰ ਰੋਜ਼ ਆ ਜਾਂਦਾ, ਫਿਰ ਇਹ ਉਹ ਚੀਜ਼ ਤੋਂ ਅੱਕ ਜਾਂਦਾ ਵੀ ਇਹਦਾ ਰੋਜ਼ ਹੀ ਆ ਜਾਂਦਾ ਹੈ। ਫਿਰ ਇੱਕ ਦਿਨ ਇਹ ਕੀ ਕਰਦਾ ਕਿ 1 ਰੁਪਏ ਦੀ ਥਾਂ ਤੇ 1 ਦਾ ਆਨਾ ਦੇ ਦਿੰਦਾ। ਫਿਰ ਉਹ ਫਕੀਰ ਘੱਟ ਰੁਪਏ ਦੇਖ ਕੇ ਚੱਕ ਕੇ ਪਰਾਂ ਮਾਰਦਾ ਉਹ ਸਿੱਕਾ। ਉਹ ਕਹਿੰਦਾ ਮੈਨੂੰ ਤਾਂ ਚਾਂਦੀ ਦਾ ਸਿੱਕਾ ਹੀ ਚਾਹੀਦਾ। ਇਹ ਕਹਿੰਦਾ ਵੀ ਨਹੀਂ, ਤੁਸੀਂ ਆਹੀ ਰੱਖੋ। ਉੱਥੇ ਉਹ ਨਹੀਂ ਮੰਨਦਾ, ਫਿਰ ਇਹ ਟਾਲਣ ਲੱਗ ਜਾਂਦਾ ਉਹ ਫਕੀਰ ਤੋਂ, ਉਹਨੂੰ ਇਗਨੋਰ ਕਰਨ ਲੱਗ ਜਾਂਦਾ। ਪਰ ਉਹ ਫਕੀਰ ਇਹੋ ਜਿਹਾ ਸੀ, ਉਹਦੇ ਹੁਣ ਕਹਿ ਲਓ ਕਿ ਉਹਦੇ ਲੱਗ ਹੀ ਦਿਲ ਤੇ ਵੀ ਮੈਂ ਤਾਂ ਉਹੀ ਲੈਣਾ, ਵੀ ਫਕੀਰ ਆ, ਫੱਕਰ ਆ ਮੈਂ ਤਾਂ, ਤੂੰ ਮੈਨੂੰ ਕਿਵੇਂ ਬੇਇੱਜ਼ਤੀ ਕਰਤੀ ਮੇਰੀ। ਮਗਰ ਲੱਗ ਜਾਂਦਾ ਇਹਦੇ, ਜਿੱਥੇ ਵੀ ਇਹ ਜਾਂਦਾ, ਜਿੱਥੇ ਵੀ ਇਹਦਾ ਕਾਫਲਾ ਜਾਂਦਾ, ਫਕੀਰ ਇਹਦੇ ਮਗਰ ਮਗਰ। ਇਹ ਇਗਨੋਰ ਕਰਦਾ, ਇੱਧਰ ਉੱਧਰ ਉਹ ਕਰਦਾ, ਫਕੀਰ ਇਹਦੇ ਮਗਰ ਮਗਰ। 1 ਦਿਨ ਟਾਲਦਾ, 2 ਦਿਨ ਟਾਲਦਾ, ਤਾਂ ਫਕੀਰ ਕੀ ਕਰਦਾ ਫਿਰ ਇਹ, ਜਦੋਂ ਨਿਕਲਦਾ ਨਾ ਇੱਕ ਸ਼ਾਮ, ਇਹ ਜਿਹੜਾ ਫਕੀਰ ਪਹਿਲਾਂ ਇਹਨੂੰ ਕਹਿੰਦਾ ਸੀ ਬਾਦਸ਼ਾਹ, ਉਹ ਫਕੀਰ ਇਹਨੂੰ ਗਾਲਾਂ ਕੱਢਣ ਲੱਗ ਜਾਂਦਾ, ਗੰਦੀਆਂ ਗੰਦੀਆਂ ਗਾਲਾਂ ਸਭ ਦੇ ਸਾਹਮਣੇ। ਹੁਣ ਇਹ ਆਪਦੇ ਆਪ ਨੂੰ ਕਹਾਉਂਦਾ ਸੀ ਕਿ ਮੈਂ ਹੀ ਆ, ਬਸ ਜੋ ਆ। ਹੁਣ ਉੱਥੋਂ ਫਿਰ ਇਹ ਖਿੱਚ ਜਾਂਦਾ ਫਕੀਰ ਤੋਂ, ਬਹੁਤ ਗੰਦੀਆਂ ਗਾਲਾਂ ਕੱਢਦਾ ਫਕੀਰ ਇਹਨੂੰ। ਜਾਣਾ ਹੁੰਦਾ ਇਹਦੇ ਕਾਫਲੇ ਨੇ ਮੰਨ ਲਓ ਬਾਜ਼ਾਰ ਵੱਲ ਨੂੰ, ਇਹ ਕੀ ਕਰਦਾ, ਆਪਦਾ ਕਾਫਲਾ ਸੁਨਸਾਨ ਜਗ੍ਹਾ ਵੱਲ ਨੂੰ ਲੈ ਜਾਂਦਾ, ਫਕੀਰ ਮਗਰ ਮਗਰ, ਗਾਲਾਂ ਕੱਢ ਰਿਹਾ ਫਕੀਰ। ਉੱਥੇ ਇੱਕ ਸੁਨਸਾਨ ਜੀ ਜਗ੍ਹਾ ਤੇ ਜਾ ਕੇ ਇਹ ਆਪਦੇ ਸਾਥੀਆਂ ਨੂੰ ਕਹਿੰਦਾ ਕਿ ਚੱਕੋ ਇਹਨੂੰ ਤੇ ਚੱਕ ਕੇ ਮਾਰ ਦੋ। ਇਹਦੇ ਸਾਥੀ, ਅਜੀਤ ਸਿੰਘ ਦੇ ਸਾਥੀ, ਉਹ ਬੇਨਵਾ ਫਕੀਰ ਨੂੰ ਕਤਲ ਕਰ ਦਿੰਦੇ ਨੇ ਤੇ ਚੱਕ ਕੇ ਖੂਹ 'ਚ ਸੁੱਟ ਦਿੰਦੇ ਨੇ। ਹੁਣ ਉਹ ਫਕੀਰ ਸੀ ਜਿਹੜਾ, ਉਹਦੀ ਕਮਿਊਨਿਟੀ ਦੇ ਹੋਰ ਵੀ ਲੋਕ ਸੀਗੇ, ਇੱਕ ਉਹਨਾਂ ਦਾ ਫਕੀਰ ਗਾਇਬ ਹੋ ਗਿਆ ਤੇ ਬਾਕੀ ਸਭ ਨੂੰ ਲੱਗਿਆ ਕਿ ਕਿੱਥੇ ਗਿਆ ਕਿੱਥੇ ਗਿਆ। ਸਾਰੇ ਲੱਭਣ ਲੱਗ ਗਏ ਕਿ ਬੇਨਵਾ ਫਕੀਰ ਕਿੱਥੇ ਆ। ਉੜਦੀ ਉੜਦੀ ਗੱਲ ਫਿਰ ਪਤਾ ਲੱਗੀ ਕਿ ਉਹ ਤਾਂ ਅਜੀਤ ਸਿੰਘ ਦੇ ਕਾਫਲੇ ਦੇ ਮਗਰ ਗਿਆ ਸੀ, ਉਹਨੂੰ ਗਾਲਾਂ ਕੱਢ ਰਿਹਾ ਸੀ। ਗਾਹਾਂ ਪੜਤਾਲ ਕਰਦੇ ਕਰਦੇ ਜਦੋਂ ਇਹ ਜਾਂਦੇ ਨੇ ਤਾਂ ਕਿਸੇ ਨੇ ਦੇਖ ਲਿਆ ਹੁੰਦਾ, ਝਾੜੀਆਂ ਝੁੜੀਆਂ 'ਚ ਕੋਈ ਬੈਠੇ ਨੇ, ਕਿਸੇ ਨੇ ਦੇਖ ਲਿਆ ਹੁੰਦਾ ਕਿ ਹਾਂ ਅਜੀਤ ਸਿੰਘ ਦੇ ਸਾਥੀਆਂ ਨੇ ਕਤਲ ਕਰਕੇ ਉਹਨੂੰ ਖੂਹ 'ਚ ਸਿੱਟਿਆ ਏ। ਉਹ ਲੈ ਜਾਂਦਾ, ਕਹਿੰਦਾ ਮੈਂ ਦੇਖਿਆ, ਕਹਿੰਦਾ ਇਹਨਾਂ ਨੇ ਮਾਰਿਆ, ਅਜੀਤ ਸਿੰਘ ਉਹਨਾਂ ਨੇ ਮਾਰਿਆ ਤੇ ਖੂਹ 'ਚ ਸਿੱਟਤਾ। ਉਹ ਖੂਹ 'ਚੋਂ ਲਾਸ਼ ਮਿਲ ਜਾਂਦੀ ਹੈ। ਫਿਰ ਉਹ ਜਿਹੜੇ ਹੋਰ ਫਕੀਰ ਸੀ ਤੇ ਆਮ ਲੋਕ ਵੀ, ਕਹਿੰਦੇ ਨੇ ਕਿ 1000 ਬੰਦਾ ਸੀ, ਉਹ ਇਕੱਠਾ ਹੋ ਕੇ ਫਿਰ ਫਰਖਸ਼ੀਰ ਦੇ ਦਰਬਾਰ 'ਚ ਜਾਂਦੇ ਨੇ ਕਿ ਆਹ ਹਰਕਤ ਕੀਤੀ ਆ ਅਜੀਤ ਸਿੰਘ ਨੇ। ਤੇ ਫਰਖਸ਼ੀਰ ਬਾਦਸ਼ਾਹ ਇਹ ਚੀਜ਼ ਤੋਂ ਗੁੱਸੇ ਹੋ ਕੇ ਇਹਨੂੰ ਬਹੁਤ ਕਰੜੀ ਤੇ ਭੈੜੀ ਸਜ਼ਾ ਸੁਣਾਉਂਦਾ ਹੈ। ਇੱਕ ਖੂੰਖਾਰ ਹਾਥੀ ਦੇ ਪੈਰ ਨਾਲ ਸੰਗਲ ਬੰਨ੍ਹ ਕੇ ਇਹਨੂੰ ਬੰਨ੍ਹ ਦਿੱਤਾ ਜਾਂਦਾ ਹੈ ਤੇ ਭੱਜਦਾ ਹੋਇਆ ਹਾਥੀ ਇਹਦੇ ਸੰਗਲ ਨਾਲ ਏਦਾਂ ਘੜੀਸਿਆ ਜਾ ਰਿਹਾ ਹੈ ਤੇ ਇੱਕ ਟਾਈਮ ਤੇ ਉਹ ਹਾਥੀ ਦੇ ਪੈਰ ਥੱਲੇ ਆ ਕੇ ਇਹ ਮਰ ਜਾਂਦਾ ਹੈ। ਹੁਣ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ। ਉਸ ਟਾਈਮ ਤੇ ਕਹਿੰਦੇ ਨੇ ਕਿ ਜਿਹੜੇ ਉਹ ਮੁਗਲ ਸਿਪਾਹੀ ਸੀ, ਉਹ ਮਾਤਾ ਸੁੰਦਰ ਕੌਰ ਜੀ ਨੂੰ ਵੀ ਆ ਕੇ ਤੰਗ ਕਰਦੇ ਨੇ। ਮਾਤਾ ਸੁੰਦਰ ਕੌਰ ਜੀ ਦਾ ਤਾਂ ਕੋਈ ਰਿਸ਼ਤਾ ਵੀ ਨਹੀਂ ਸੀ ਇਹਦੇ ਨਾਲ, ਉਸ ਟਾਈਮ ਤੇ ਉਹਨੂੰ ਬੇਦਖਲ ਕੀਤਾ ਹੋਇਆ ਸੀ। ਉਹ ਮਾਤਾ ਸੁੰਦਰ ਕੌਰ ਜੀ ਜਿਹੜੀ ਜਗ੍ਹਾ ਤੇ ਰਹਿੰਦੇ ਸੀ, ਉੱਥੇ ਲੁੱਟਮਾਰ ਕਰਦੇ ਨੇ। ਉਹਨਾਂ ਟਾਈਮਾਂ 'ਚ 20 ਲੱਖ ਰੁਪਇਆ ਲੁੱਟਿਆ ਜਾਂਦਾ ਮਾਤਾ ਸੁੰਦਰ ਕੌਰ ਜੀ ਦੇ ਉਸ ਸਥਾਨ ਤੋਂ, ਜਿਹੜਾ ਸਿੱਖ ਸੰਗਤ ਨੇ ਭੇਟਾ ਦਿੱਤੀ ਹੋਈ ਸੀ। ਮਾਤਾ ਸੁੰਦਰ ਕੌਰ ਜੀ ਫਿਰ ਚਲੇ ਜਾਂਦੇ ਨੇ ਇੱਥੋਂ। ਇਹ ਅਜੀਤ ਸਿੰਘ ਸੀ ਜਿਹੜਾ, ਇਹਦਾ ਵਿਆਹ ਹੋਇਆ ਸੀ ਬੁਰਹਾਨਪੁਰ ਦੀ ਤਾਰਾਬਾਈ ਦੇ ਨਾਲ। ਇਹ ਅਜੀਤ ਸਿੰਘ ਦੇ ਇੱਕ ਪੁੱਤਰ ਵੀ ਸੀ।
ਅਜੀਤ ਸਿੰਘ ਦੀ ਧਰਮ ਪਤਨੀ ਤਾਰਾਬਾਈ ਆਪਣੇ ਛੋਟੇ ਜਿਹੇ ਪੁੱਤਰ ਨੂੰ ਲੈ ਕੇ ਮਾਤਾ ਸੁੰਦਰ ਕੌਰ ਜੀ ਕੋਲ ਆਉਂਦੀ ਆ ਕਿ ਸਾਨੂੰ ਬਚਾ ਲਓ, ਕਿ ਹੁਣ ਸਾਨੂੰ ਵੀ ਮਾਰ ਦੇਣਗੇ। ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ, ਹੁਣ ਉਹ ਇੱਕ ਅਬਲਾ ਨਾਰੀ ਤੇ ਇੱਕ ਛੋਟੇ ਜਿਹੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਸੀ। ਹੁਣ ਮਾਤਾ ਸੁੰਦਰ ਕੌਰ ਜੀ ਉਹ ਕੋਮਲ ਦਿਲ ਦੇ ਸੀ, ਉਹਨਾਂ ਨੇ ਇਹਨਾਂ ਨੂੰ ਆਪਣੀ ਸ਼ਰਨ 'ਚ ਲੈ ਲਿਆ। ਅਜੀਤ ਸਿੰਘ ਦੀ ਧਰਮ ਪਤਨੀ ਤੇ ਅਜੀਤ ਸਿੰਘ ਦੇ ਛੋਟੇ ਪੁੱਤਰ ਨੂੰ, ਜਿਹਦਾ ਨਾਮ ਸੀ ਹਠੀ ਸਿੰਘ, ਉਹਨਾਂ ਨੂੰ ਲੈ ਕੇ ਫਿਰ ਉਹ ਆਗਰਾ ਚਲੇ ਜਾਂਦੇ ਨੇ, ਆਗਰਾ ਰਹਿੰਦੇ ਨੇ। ਹਠੀ ਸਿੰਘ ਹੁਣ ਵੱਡਾ ਹੋ ਜਾਂਦਾ ਹੈ, ਹਠੀ ਸਿੰਘ ਨੂੰ ਵੀ ਪਿਆਰ ਕਰਦੇ ਨੇ ਉਹ, ਕਿ ਚਲੋ ਪਿਓ ਜਿਵੇਂ ਦਾ ਨਿਕਲ ਗਿਆ ਕਿ ਇਹ ਤਾਂ ਚਲੋ ਬੱਚਾ ਹੈ। ਹੁਣ ਜਿਹੜਾ ਖੂਨ ਹੈ, ਉਹ ਖੂਨ ਤਾਂ ਇੱਕ ਉਹ ਲਾਲਚੀ ਬੰਦੇ ਦਾ ਹੀ ਸੀਗਾ। ਫਿਰ ਇਹ ਹਠੀ ਸਿੰਘ ਵੀ ਜਦੋਂ ਜਵਾਨ ਹੁੰਦਾ ਹੈ ਨਾ, ਇਹ ਵੀ ਇੱਕ ਬਹੁਤ ਕੋਝੀ ਹਰਕਤ ਕਰਦਾ ਹੈ। ਜਦੋਂ ਇਹ ਜਵਾਨ ਹੋਇਆ ਤਾਂ ਇਹਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਛੇੜਛਾੜ ਕਰਨੀ ਸ਼ੁਰੂ ਕਰਤੀ। ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਆਪਾਂ ਅਕਸਰ ਦੇਖਦੇ ਹਾਂ ਕਿ ਨਾਨਕ ਸ਼ਬਦ ਲਿਖਿਆ ਹੋਇਆ ਮਿਲਦਾ ਹੈ। ਇਹ ਨਾਨਕ ਦੀ ਜਗ੍ਹਾ ਤੇ ਆਪ ਦਾ ਸ਼ਬਦ ਐਡ ਕਰਨ ਲੱਗ ਗਿਆ। ਇਹ ਚੀਜ਼ ਤੋਂ ਗੁੱਸੇ ਹੋ ਕੇ ਮਾਤਾ ਸੁੰਦਰ ਕੌਰ ਜੀ ਇਹਨੂੰ ਛੱਡ ਕੇ ਵਾਪਸ ਦਿੱਲੀ ਆ ਗਏ। ਇਹ ਉੱਥੋਂ ਚਲਿਆ ਗਿਆ ਬੁਰਹਾਨਪੁਰ ਆਪਦੇ ਨਾਨਕੇ। ਬੁਰਹਾਨਪੁਰ ਹੀ ਫਿਰ ਇਹ ਰਹਿੰਦਾ ਹੈ। ਬੁਰਹਾਨਪੁਰ ਜਿਸ ਜਗ੍ਹਾ ਤੇ ਇਹ ਰਹਿੰਦਾ ਹੈ, ਉੱਥੇ ਹੁਣ ਗੁਰੂ ਘਰ ਹੈ। ਇਹਦੇ ਨਾਮ ਤੇ ਨਹੀਂ ਹੈ ਗੁਰੂ ਘਰ, ਗੁਰੂ ਨਾਨਕ ਦੇਵ ਜੀ ਵੀ ਉੱਥੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਆਏ ਸੀ। ਬੁਰਹਾਨਪੁਰ 'ਚ ਜੇ ਤੁਸੀਂ ਦੇਖੋਗੇ ਤਾਂ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਬੜੀ ਸੰਗਤ। ਉੱਥੇ ਹੁਣ ਤਾਂ ਮੈਨੂੰ ਪਤਾ ਨਹੀਂ ਹੈ, ਪਹਿਲਾਂ ਅੱਜ ਤੋਂ ਕਾਫੀ ਟਾਈਮ ਪਹਿਲਾਂ ਉੱਥੇ ਜਿਹੜਾ ਉਹ ਇਤਿਹਾਸ ਲਿਖਿਆ ਹੁੰਦਾ ਗੁਰੂ ਘਰ 'ਚ, ਜਦੋਂ ਵੀ ਆਪਾਂ ਜਾਂਦੇ ਹਾਂ ਤਾਂ ਉਹ ਇਤਿਹਾਸ 'ਚ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਵੀ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ। ਉੱਥੇ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੁਰਾਤਨ ਬੀੜ ਵੀ ਪਈ ਆ, ਜਿਹਨੂੰ ਸੁਨਹਿਰੀ ਬੀੜ ਕਹਿੰਦੇ ਨੇ। ਪਰ ਨਾਲ ਦੀ ਨਾਲ ਉੱਥੇ ਮਾਤਾ ਸੁੰਦਰ ਕੌਰ ਦਾ ਗੋਦ ਲਿਆ ਹੋਇਆ ਪੁੱਤਰ ਅਜੀਤ ਸਿੰਘ ਤੇ ਉਹਦੇ ਪੁੱਤਰ ਹਠੀ ਸਿੰਘ ਦਾ ਨਾਮ ਵੀ ਲਿਖਿਆ ਹੋਇਆ ਸੀ। ਹੁਣ ਪਤਾ ਨਹੀਂ ਹੈ ਉਹ ਚੀਜ਼ ਉੱਥੋਂ ਦੀ ਕਮੇਟੀ ਨੇ ਰੱਖੀ ਹੋਈ ਹੈ ਜਾਂ ਬਦਲਤੀ। ਹੁਣ ਅਜੀਤ ਸਿੰਘ ਨੂੰ ਮੰਨਣ ਵਾਲੇ ਲੋਕ ਉਸ ਤੋਂ ਬਾਅਦ ਵੀ ਰਹੇ, ਉਹਨਾਂ ਨੂੰ ਅਜੀਤੀ ਸੰਗਤ ਕਿਹਾ ਜਾਂਦਾ। ਜਿੱਥੇ ਅਜੀਤ ਸਿੰਘ ਦੀ ਮੌਤ ਹੋਈ ਸੀ, ਉਸ ਜਗ੍ਹਾ ਤੇ ਇਹਦਾ ਡੇਰਾ ਵੀ ਬਣਿਆ। ਦਿੱਲੀ 'ਚ ਹੀ ਇਹਦੀਆਂ 2 ਜਗ੍ਹਾ ਬਣੀਆਂ ਹੋਈਆਂ ਨੇ। ਉਹ ਹੁਣ ਹੈਗੀਆਂ ਜਾਂ ਨਹੀਂ ਹੈਗੀਆਂ, ਇਹ ਚੀਜ਼ ਮੈਨੂੰ ਨਹੀਂ ਕਨਫਰਮ, ਮੈਂ ਕੁਝ ਗਲਤ ਨਹੀਂ ਬੋਲਾਂਗਾ। ਤਾਂ ਇਹ ਅਜੀਤ ਸਿੰਘ ਤੇ ਹਠੀ ਸਿੰਘ, ਇਹਨਾਂ ਦੇ ਇਹ ਸਥਾਨ ਨੇ। ਇਹ ਜਿਹੜਾ ਹਠੀ ਸਿੰਘ ਸੀ, ਉਸ ਤੋਂ ਬਾਅਦ ਇਹਦਾ ਵਿਆਹ ਹੋਇਆ ਪਰ ਇਹਦੇ ਕੋਈ ਸੰਤਾਨ ਨਹੀਂ ਹੋਈ, ਤੇ ਫਿਰ ਇਹਨੇ ਦੂਸਰਾ ਵਿਆਹ ਕਰਾਇਆ, ਫਿਰ ਵੀ ਸੰਤਾਨ ਨਹੀਂ ਹੋਈ। ਤਾਂ ਇਦਾਂ ਫਿਰ ਇਹ ਵੀ ਅਕਾਲ ਚਲਾਣਾ ਕਰ ਗਿਆ। ਹੁਣ ਜਦੋਂ ਇਸ ਟੌਪਿਕ ਤੇ ਅਸੀਂ ਰਿਸਰਚ ਕਰ ਰਹੇ ਸੀ ਤਾਂ ਇੱਕ ਬਹੁਤ ਹੈਰਾਨੀਜਨਕ ਚੀਜ਼ ਸਾਨੂੰ ਪੜ੍ਹਨ ਨੂੰ ਮਿਲੀ। ਭਟਵਈਆਂ ਪੂਰਬੀ ਦੱਖਣੀ 'ਚ ਇਹ ਲਿਖਿਆ ਮਿਲਦਾ ਹੈ ਕਿ ਜੋ ਹਠੀ ਸਿੰਘ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਪੁੱਤਰ ਸੀ। ਉਹਦੇ 'ਚ ਇਹ ਲਿਖਿਆ ਹੋਇਆ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਵਿਆਹ ਹੋਇਆ ਸੀ ਉਹਨਾਂ ਦਾ ਬੁਰਹਾਨਪੁਰ ਦੀ ਬੀਬੀ ਤਾਰਾਬਾਈ ਦੇ ਨਾਲ, ਤੇ ਉਹਨਾਂ ਦੇ ਇੱਕ ਪੁੱਤਰ ਵੀ ਸੀ ਜਿਨ੍ਹਾਂ ਦਾ ਨਾਮ ਸੀ ਹਠੀ ਸਿੰਘ। ਹੁਣ ਇਹ ਚੀਜ਼ 'ਚ ਕਿੰਨੀ ਸੱਚਾਈ ਆ, ਕਿੰਨੀ ਸੱਚਾਈ ਨਹੀਂ ਹੈ, ਇਹ ਚੀਜ਼ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਖੋਜ ਦਾ ਵਿਸ਼ਾ ਹੈ। ਜੇ ਤੁਸੀਂ ਚਾਹੁੰਦੇ ਹੋ ਇਸ ਟੌਪਿਕ ਤੇ ਵੀਡੀਓ ਬਣਾਈਏ ਰਿਸਰਚ ਕਰਕੇ, ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਸੈਕਸ਼ਨ 'ਚ। ਸਾਡਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਡੇ ਤੱਕ ਸਹੀ ਇਤਿਹਾਸ ਲੈ ਕੇ ਆਈਏ, ਕਿਉਂਕਿ ਸਿੱਖ ਇਤਿਹਾਸ 'ਚ ਵੀ ਬਹੁਤ ਮਿਲਾਵਟ ਦੇਖਣ ਨੂੰ ਮਿਲਦੀ ਆ। ਇੱਕੋ ਘਟਨਾ ਨੂੰ ਕਈ ਤਰੀਕਿਆਂ ਨਾਲ ਲਿਖਿਆ ਗਿਆ ਹੈ। ਬਹੁਤ ਲੋਕਾਂ ਨੇ ਸਿੱਖ ਇਤਿਹਾਸ ਨੂੰ ਧੁੰਦਲਾ ਤੇ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਹੁਣ ਇਸ ਚੀਜ਼ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਇਹ ਸਾਨੂੰ ਪੜ੍ਹਨਾ ਪਏਗਾ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਜੋ ਭਟਵਈਆਂ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਵਿਆਹ ਦੀ ਗੱਲ ਲਿਖੀ ਆ, ਇਹਦੇ ਤੇ ਅਸੀਂ ਆਪਣੀ ਰਿਸਰਚ ਕਰਕੇ ਕੋਈ ਵੀਡੀਓ ਲੈ ਕੇ ਆਈਏ, ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸ ਸਕਦੇ ਹੋ। ਅਸੀਂ ਹੋਰ ਵੀ ਸਿੱਖ ਇਤਿਹਾਸ ਦੇ ਜਿਹੜੇ ਸੂਝਵਾਨ ਇਤਿਹਾਸਕਾਰ ਨੇ ਮੌਜੂਦਾ, ਉਹਨਾਂ ਨਾਲ ਡਿਸਕਸ ਕਰਕੇ ਤੇ ਪੁਰਾਤਨ ਤੋਂ ਪੁਰਾਤਨ ਕਿਤਾਬਾਂ ਪੜ੍ਹ ਕੇ ਅਸੀਂ ਤੁਹਾਡੇ ਅੱਗੇ ਵੀਡੀਓ ਲੈ ਆਵਾਂਗੇ। ਮੈਂ ਕੋਸ਼ਿਸ਼ ਕੀਤੀ ਸੀ, ਇਹ ਭਟਵਈਆਂ ਨੇ ਜੋ ਲਿਖਿਆ ਹੈ ਕਿ ਹੋਰ ਕਿਸੇ ਇਤਿਹਾਸਕਾਰ ਨੇ ਲਿਖਿਆ ਹੈ ਜਾਂ ਨਹੀਂ, ਮੈਨੂੰ ਨਹੀਂ ਮਿਲਿਆ। ਵੱਡੇ ਵੱਡੇ ਜਿਹੜੇ ਇਤਿਹਾਸਕਾਰ ਰਹੇ ਨੇ, ਡਾਕਟਰ ਗੰਡਾ ਸਿੰਘ ਜੀ ਹੋ ਗਏ, ਮੋਹਨ ਸਿੰਘ ਸੀਤਲ ਜੀ ਹੋ ਗਏ, ਤੇ ਹੋਰ ਵੀ ਬੜੇ ਇਤਿਹਾਸਕਾਰ, ਸਾਰਿਆਂ ਦੀ ਇੱਕੋ ਹੀ ਰਾਏ ਆ। ਉਹਨਾਂ ਨੇ ਭਟਵਈਆਂ ਤੋਂ ਅਲੱਗ ਲਿਖਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਹਠੀ ਸਿੰਘ ਪਾਲਿਤ ਪੁੱਤਰ ਜੋ ਗੋਦ ਲਿਆ ਹੋਇਆ ਸੀ ਮਾਤਾ ਸੁੰਦਰੀ ਨੇ, ਉਹਦਾ ਪੁੱਤਰ ਸੀ। ਉਹਨਾਂ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਵਿਆਹ ਦੀ ਕੋਈ ਵੀ ਗੱਲ ਨਹੀਂ ਕੀਤੀ, ਕਿਤੇ ਵੀ ਮੈਨੂੰ ਹੋਰ ਪੜ੍ਹਨ ਨੂੰ ਨਹੀਂ ਮਿਲਿਆ।
ਭੱਟ-ਬਈਆਂ ਹੁਣ ਮੈਂ ਕਿਉਂ ਗੱਲ ਕਰ ਰਿਹਾ, ਭੱਟ-ਬਈਆਂ ਕਿਉਂਕਿ ਆਪਾਂ ਭੱਟ-ਬਈਆਂ ਨੂੰ ਇਗਨੋਰ ਨਹੀਂ ਕਰ ਸਕਦੇ। ਭੱਟ-ਬਈਆਂ ਬਹੁਤ ਪੁਰਾਤਨ ਉਹ ਹੁੰਦਾ ਸੀ। ਭੱਟ ਹੁੰਦੇ ਸੀ ਜਿਹੜੇ ਘਰ ਘਰ ਜਾਂਦੇ ਸੀ, ਉਹਨਾਂ ਕੋਲ ਸਭ ਦੀਆਂ 10-10 ਪੀੜ੍ਹੀਆਂ ਦਾ ਡਾਟਾ ਹੁੰਦਾ ਸੀ। ਘਰ ਘਰ ਜਾਂਦੇ ਸੀ, ਉਹ ਇਤਿਹਾਸ ਲਿਖਦੇ ਸੀਗੇ। ਉਹਦੇ 'ਚ ਪ੍ਰੋਪਰ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ ਸੀ ਕਿ ਪੁੱਤਰ ਇਸ ਦਾ, ਪੋਤਾ ਇਸ ਦਾ, ਪੜਪੋਤਾ ਇਸ ਦਾ, ਵੰਸ਼ ਇੱਥੋਂ ਚੱਲੀ, ਆਹ ਗੋਤਰ, ਸਾਰੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ ਹੁੰਦੀਆਂ ਸੀ। ਇਸ ਕਰਕੇ ਮੈਂ ਤੁਹਾਡੇ ਸਾਹਮਣੇ ਇਹ ਚੀਜ਼ ਦਾ ਜ਼ਿਕਰ ਕੀਤਾ। ਇਤਿਹਾਸ ਦੱਸਦਿਆਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਤੁਸੀਂ ਸਾਡੀਆਂ ਇਹ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜ ਸਕੇ। ਇਤਿਹਾਸ ਨਾਲ ਜੁੜੀਆਂ ਇੱਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੁਸੀਂ ਕਰ ਸਕਦੇ ਹੋ। ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ, ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਤੁਸੀਂ ਇਹ ਵੀ ਸਾਨੂੰ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।